ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੀਆਂ ਅੱਕੀਆਂ ਥੱਕੀਆਂ ਨਰਸਾਂ ਦੀ ਦੁਹਾਈ, ਪ੍ਰੀਮੀਅਰਾਂ ਦੀ ਮੀਟਿੰਗ ਦੇ ਵਿੱਚ ਨਰਸਾਂ ਦੀ ਮੰਗ ਚੁੱਕੇ ਜਾਣ ਦੀ ਅਪੀਲ। ਸਰੀ, ਵੈਨਕੂਵਰ ਤੇ ਹੋਰ ਥਾਵਾਂ ਦੇ ਉੱਤੇ ਗੈਸ ਕੀਮਤਾਂ ਹੇਠਾਂ ਆਉਣ ਦੀ ਉਮੀਦ, ਮਾਹਰਾਂ ਨੇ 10 ਸੈਂਟ ਹੇਠਾਂ ਆਉਣ ਦੀ ਕੀਤੀ ਭਵਿੱਖਬਾਣੀ। ਅੱਜ ਤੋਂ ਐਕਸਪ੍ਰੈਸ ਐਂਟਰੀ ਦੇ ਡਰਾਪ ਮੁੜ ਹੋਣਗੇ ਸ਼ੁਰੂ, ਪੀਆਰ ਦੀ ਉਡੀਕ ਕਰਨ ਵਾਲੇ ਕਈ ਲੋਕਾਂ ਲਈ ਚੰਗੀ ਖਬਰ। ਜਿਹਦੇ ਖਬਰਾਂ ਵਿਸਥਾਰ ਦੇ ਨਾਲ। ਕੋਵਿਡ ਤੋਂ ਪਹਿਲਾਂ ਵੀ ਤੇ ਕੋਵਿਡ ਤੋਂ ਬਾਅਦ ਵੀ ਅਸੀਂ ਦੇਖ ਰਹੇ ਹਾਂ ਕਿ ਨਰਸਾਂ ਅੱਕੀਆਂ ਥੱਕੀਆਂ ਪਈਆਂ ਨੇ, ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੈ। ਕੈਨੇਡੀਅਨ ਫੈਡਰੇਸ਼ਨ ਆਫ ਨਰਸਿਜ਼ ਯੂਨੀਅਨ ਦੇ ਵੱਲੋਂ ਇੱਕ ਐਕਸ਼ਨ ਕਾਲ ਕੈਂਪੇਨਿੰਗ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਵਿੱਚ ਉਹਨਾਂ ਮੰਗ ਰੱਖੀ ਹੈ ਕਿ ਕੰਮ ਦਾ ਬੋਝ ਨਰਸਾਂ ਤੇ ਹਾਵੀ ਹੋ ਰਿਹਾ ਹੈ, ਜਿਸ ਕਰਕੇ ਉਹ ਥੱਕ ਰਹੀਆਂ ਨੇ ਤੇ ਕੰਮ ਤੋਂ ਅਸਤੀਫਾ ਵੀ ਦੇ ਰਹੀਆਂ ਨੇ, ਕਿਉਂਕਿ ਹੈਲਥ ਕੇਅਰ ਪ੍ਰੀਮੀਅਰਸ ਦੀ ਮੀਟਿੰਗ ਦਾ ਜਿਹੜਾ ਉਹ ਮੁੱਖ ਮੁੱਦਾ ਹੋਵੇਗਾ। ਇੰਨਾ ਹੀ ਨਹੀਂ, ਫੁੱਲ ਟਾਈਮ ਜੌਬ ਲਈ ਨਰਸਾਂ ਪਿੱਛੇ ਪੈਰ ਖਿੱਚ ਰਹੀਆਂ ਨੇ। ਕੈਨੇਡੀਅਨ ਫੈਡਰੇਸ਼ਨ ਆਫ ਨਰਸ ਯੂਨੀਅਨਸ ਨੇ ਕਾਰਵਾਈ ਦੀ ਮੰਗ ਕਰਨ ਲਈ ਇੱਕ ਵਿਗਿਆਪਨ ਮੁਹਿੰਮ ਸ਼ੁਰੂ ਕੀਤੀ ਹੈ, ਇਹ ਕਹਿੰਦੇ ਹੋਏ ਕਿ ਉਹਨਾਂ ਦੇ ਮੈਂਬਰ ਬਹੁਤ ਜ਼ਿਆਦਾ ਕੰਮਕਾਰੀ ਨੇ। ਯੂਨੀਅਨ ਨੇ ਸਥਾਨਕ ਤੇ ਰਾਸ਼ਟਰੀ ਅਖਬਾਰਾਂ ਦੇ ਇਸ਼ਤਿਹਾਰਾਂ, ਪ੍ਰੀਮੀਅਰਾਂ ਦੀਆਂ ਮੀਟਿੰਗਾਂ ਦੇ ਰੂਟ ਤੇ ਇੱਕ ਬਿਲਬੋਰਡ, ਸੋਸ਼ਲ ਮੀਡੀਆ ਤੇ ਡਿਜੀਟਲ ਇਸ਼ਤਿਹਾਰਾਂ ਦੇ ਵਿੱਚ ਪ੍ਰੀਮੀਅਰਾਂ ਤੇ ਜਨਤਾ ਤੱਕ ਆਪਣੇ ਸੰਦੇਸ਼ ਪਹੁੰਚਾਉਣ ਲਈ ਪਿਛਲੇ ਹਫ਼ਤੇ ਮੁਹਿੰਮ ਸ਼ੁਰੂ ਕੀਤੀ ਸੀ। ਇਹ ਅਗਲੇ ਹਫ਼ਤੇ ਪ੍ਰੀਮੀਅਰ ਦੀ ਮੀਟਿੰਗ ਤੋਂ ਠੀਕ ਪਹਿਲਾਂ ਆਇਆ ਹੈ, ਕਿਉਂਕਿ ਫੈਡਰੇਸ਼ਨ ਦੀ ਆਗਾਮੀ ਕੌਂਸਲ ਪ੍ਰੀਮੀਅਰਾਂ ਦੀ ਸਾਲਾਨਾ ਮੀਟਿੰਗ ਵਿੱਚ ਮਿਲਣ ਦੀ ਤਿਆਰੀ ਕਰਦੇ ਨੇ। ਲਿੰਡਾ ਸਾਈਲਜ਼, CFNU ਦਾ ਕਹਿਣਾ ਹੈ ਕਿ ਪ੍ਰੀਮੀਅਰਾਂ ਦੀ ਮੀਟਿੰਗ ਵਿੱਚ ਸਿਹਤ ਸੰਭਾਲ ਪਹਿਲੀ ਤਰਜੀਹ ਹੈ। ਉਹਨਾਂ ਦਾ ਕਹਿਣਾ ਹੈ ਕਿ ਨਰਸਾਂ ਦੁੱਖ ਝੇਲ ਰਹੀਆਂ ਨੇ, ਬਹੁਤ ਸਾਰੀਆਂ ਅਸਤੀਫਾ ਦੇ ਰਹੀਆਂ ਨੇ ਤੇ ਕੁਝ ਫੁੱਲ ਟਾਈਮ ਅਹੁਦੇ ਲੈਣ ਤੋਂ ਇਨਕਾਰ ਕਰ ਰਹੀਆਂ ਨੇ। ਉਹਨਾਂ ਕਿਹਾ ਅਸੀਂ ਅਗਲੇ ਹਫ਼ਤੇ ਦੇਖਾਂਗੇ ਕਿ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਿੰਨੇ ਹੋਰ ਪ੍ਰੀਮੀਅਰ ਸਾਡੀ ਕਾਲ ਦਾ ਜਵਾਬ ਦੇਣਗੇ। ਇਸ ਲਈ ਅਸੀਂ ਲੋੜ ਆਉਂਦੀਆਂ ਸਰਜਰੀਆਂ ਦੇਖ ਸਕਦੇ ਹਾਂ, ਲੋੜੀਂਦੇ ਕੈਂਸਰ ਦੇ ਇਲਾਜ ਦੇਖ ਸਕਦੇ ਹਾਂ, ਇਹ ਯਕੀਨੀ ਬਣਾ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਜਿੱਥੇ ਵੀ ਅਸੀਂ ਰਹਿੰਦੇ ਹਾਂ ਸਾਡੇ ਕੋਲ ਮੁੱਢਲੀ ਸਿਹਤ ਸੰਭਾਲ ਹੈ। ਉਹਨਾਂ ਦਾ ਮੰਨਣਾ ਹੈ ਕਿ ਮਹਾਮਾਰੀ ਨੇ ਸਿਹਤ ਸੰਭਾਲ ਪ੍ਰਣਾਲੀ ਤੇ ਦਬਾਅ ਪਾਇਆ, ਪਰ ਇਹ ਪ੍ਰਣਾਲੀ ਸੰਕਟ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਣਾਈ ਜਾਣੀ ਚਾਹੀਦੀ ਹੈ। ਸੈਲਸ ਨੇ ਕਿਹਾ ਹੈ ਕਿ ਹਰੇਕ ਸੂਬੇ ਦੇ ਖੇਤਰ ਵਿੱਚ ਅਸੀਂ ਸੰਕਟ ਪੱਧਰ ਦੀ ਨਰਸਿੰਗ ਦੀ ਘਾਟ ਦਾ ਅਨੁਭਵ ਕਰ ਰਹੇ ਹਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵੀ ਜੋ ਮਰੀਜ਼ਾਂ ਦੀ ਦੇਖਭਾਲ ਦੀ ਸਪੁਰਦਗੀ ਨੂੰ ਪ੍ਰਭਾਵਿਤ ਕਰ ਰਹੇ ਨੇ। ਉਹਨਾਂ ਕਿਹਾ ਕਿ ਸਾਰੇ ਪੱਧਰਾਂ ਤੇ ਸਰਕਾਰ ਨੂੰ ਕੰਮ ਦੇ ਮਾਹੌਲ ਨੂੰ ਬਿਹਤਰ ਬਣਾਉਣ ਤੇ ਨਰਸਿੰਗ ਨੂੰ ਕੈਰੀਅਰ ਦੀ ਚੋਣ ਦੇ ਤੌਰ ਤੇ ਵਧੇਰੇ ਆਕਰਸ਼ਿਤ ਬਣਾਉਣ ਲਈ ਮਾਨਸਿਕ ਸਿਹਤ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਹੱਲ ਕਰਨ ਲਈ ਕਹਿੰਦੇ ਨੇ। ਉਹ ਹਰ ਗਿਰਾਵਟ ਨੂੰ ਜੋੜਦੇ ਨੇ। ਕੈਨੇਡਾ ਵਿੱਚ ਇੱਕ ਨਵੀਂ ਲਹਿਰ ਬਾਰੇ ਚਿੰਤਤ ਵੀ ਨੇ, ਪਰ ਨਰਸਾਂ ਦਾ ਟੀਕਾਕਰਨ ਕੀਤਾ ਜਾਏਗਾ ਤੇ ਸੁਰੱਖਿਆ ਉਪਕਰਨ ਪਾਏ ਜਾਣਗੇ। ਉਹ ਉਹਨਾਂ ਨਰਸਾਂ ਲਈ ਅਪਾਹਜਤਾ ਯੋਜਨਾਵਾਂ ਜੋੜਦੇ ਨੇ ਜੋ ਕੋਵਿਡ-19 ਤੋਂ ਪ੍ਰਭਾਵਿਤ ਹਨ ਤੇ ਹੁਣ ਫੁੱਲ ਟਾਈਮ ਕੰਮ ਕਰਨ ਦੇ ਯੋਗ ਨਹੀਂ ਹੈ। SFNU ਕੈਨੇਡਾ ਦੀ ਸਭ ਤੋਂ ਵੱਡੀ ਨਰਸਾਂ ਦੀ ਸੰਸਥਾ ਹੈ, ਜੋ ਸਿਹਤ ਸੰਭਾਲ ਦੇ ਹਰ ਖੇਤਰ ਵਿੱਚ ਕੈਨੇਡਾ ਦੀਆਂ ਫਰੰਟਲਾਈਨ ਨਰਸਾਂ ਦੀ ਨੁਮਾਇੰਦਗੀ ਕਰਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਇਸ ਵੇਲੇ ਬਹੁਤ ਸਾਰੇ ਏਅਰਪੋਰਟਾਂ ਦੇ ਉਡਾਨਾਂ ਦੇ ਵਿੱਚ ਦੇਰੀ ਦੇਖੀ ਜਾ ਰਹੀ ਹੈ। ਏਅਰ ਕੈਨੇਡਾ ਨੇ ਆਪਣੀ 65% ਦੀ ਉਡਾਨਾਂ ਦੇ ਵਿੱਚ ਦੇਰੀ ਦੇਖੀ ਹੈ, ਜਿਨ੍ਹਾਂ ਦੇ ਵਿੱਚ ਪੀਅਰਸਨ ਹਵਾਈ ਅੱਡੇ ਨੇ ਸਭ ਤੋਂ ਵੱਧ ਦੇਰੀ ਦੀਆਂ ਥਾਵਾਂ ਤੇ ਦਾਅਵਾ ਕੀਤਾ ਹੈ। ਟਰੈਕਿੰਗ ਫਲਾਈਟ ਅਵੇਅਰ ਦੇ ਅਨੁਸਾਰ ਏਅਰ ਕੈਨੇਡਾ ਨੇ ਆਪਣੀਆਂ 65% ਦੀ ਉਡਾਨਾਂ ਵਿੱਚ ਦੇਰੀ ਦੇਖੀ ਹੈ। ਬਾਕੀ ਉਡਾਨਾਂ ਦੇ ਵਿੱਚ ਵੀ ਕੁਝ ਅਜਿਹਾ ਤਜਰਬਾ ਰਿਹਾ। ਏਅਰ ਕੈਨੇਡਾ ਤੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਨੇ ਮੰਗਲਵਾਰ ਨੂੰ ਉਡਾਨਾਂ ਦੇ ਵਿੱਚ ਦੇਰੀ ਲਈ ਸਭ ਤੋਂ ਵੱਧ ਸਥਾਨਾਂ ਦਾ ਦਾਅਵਾ ਕੀਤਾ ਹੈ। ਲਗਾਤਾਰ 4 ਦਿਨ ਨਿਸ਼ਾਨਦੇਹੀ ਕਰਦੇ ਹੋਏ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਦੁਨੀਆ ਭਰ ਦੇ ਵਿੱਚ ਕਿਸੇ ਵੀ ਵੱਡੇ ਕੈਰੀਅਰ ਨੂੰ ਨੰਬਰ 1 ਤੇ ਰੱਖਿਆ ਹੈ। ਟਰੈਕਿੰਗ ਫਲਾਈਟ ਅਵੇਅਰ ਦੇ ਅਨੁਸਾਰ ਏਅਰ ਕੈਨੇਡਾ ਨੇ ਆਪਣੀਆਂ 65% ਦੀ ਉਡਾਨਾਂ 'ਚ ਦੇਰੀ ਦੇਖੀ, ਜਦੋਂ ਕਿ ਜੈਜ਼ ਐਵੀਏਸ਼ਨ, ਜੋ ਕਿ ਮੌਂਟਰੀਅਲ ਆਧਾਰਿਤ ਕੈਰੀਅਰ ਲਈ ਖੇਤਰੀ ਸੇਵਾ ਪ੍ਰਦਾਨ ਕਰਦੀ ਹੈ, ਤੇ ਏਅਰ ਕੈਨੇਡਾ ਰੂਸ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਿਰਫ ਇੱਕ ਹੋਰ ਏਅਰਲਾਈਨ ਵਰਜਨ ਆਸਟ੍ਰੇਲੀਆ ਨੇ ਆਪਣੇ ਤੋਂ ਅੱਧੇ ਤੋਂ ਵੱਧ ਜਹਾਜ਼ ਨਿਰਧਾਰਤ ਸਮੇਂ ਤੋਂ ਬਾਅਦ ਵਿੱਚ ਉਤਾਰੇ। ਇਸ ਦੌਰਾਨ ਪੀਅਰਸਨ ਏਅਰ ਕੈਨੇਡਾ ਦਾ ਮੁੱਖ ਹੱਬ ਦੁਨੀਆ ਭਰ ਦਾ ਇਕਲੌਤਾ ਹਵਾਈ ਅੱਡਾ ਸੀ, ਜਿੱਥੇ ਅੱਧੇ ਤੋਂ ਵੱਧ ਉਡਾਨਾਂ ਦੀਆਂ ਰਵਾਨਗੀਆਂ ਵਿੱਚ ਦੇਰੀ ਹੁੰਦੀ ਹੈ। ਏਅਰਪੋਰਟ ਅਥਾਰਟੀ ਨੇ ਇੱਕ ਈਮੇਲ ਦੇ ਵਿੱਚ ਕਿਹਾ ਕਿ ਸਮਾਨ ਦੀ ਚੈੱਕ-ਇਨ ਜ਼ਬਰਦਸਤੀ ਮੈਨੂਅਲ ਪ੍ਰੋਸੈਸਿੰਗ ਰਾਹੀਂ ਜੁੜੇ ਕੰਪਿਊਟਰ ਸਿਸਟਮ ਦੀ ਅਸਫਲਤਾ ਤੋਂ ਬਾਅਦ ਮੌਂਟਰੀਅਲ 10ਵੇਂ ਸਥਾਨ ਤੇ ਆਇਆ ਹੈ। ਇਹ ਨੋਟ ਕਰਦੇ ਹੋਏ ਕਿ ਹੋਰ ਕਾਰਨਾਂ ਨੇ ਭੂਮਿਕਾ ਨਿਭਾਈ ਤੇ ਘਰੇਲੂ ਉਡਾਨਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ। ਏਅਰਲਾਈਨਾਂ ਤੇ ਹਵਾਈ ਅੱਡੇ ਵੱਡੇ ਪੱਧਰ ਤੇ ਯਾਤਰਾ ਦੇ ਪੁਨਰ ਉਥਾਨ ਦੇ ਨਾਲ ਸਿਰਜਣ ਦੇ ਲਈ ਸੰਘਰਸ਼ ਕਰ ਰਹੇ ਨੇ, ਕਿਉਂਕਿ ਕੈਰੀਅਰਾਂ ਤੇ ਫੈਡਰਲ ਏਜੰਸੀਆਂ ਤੇ ਸਟਾਫ ਦੇ ਮੁੱਦੇ ਫਲਾਈਟ ਰੱਦ ਕਰਨ, ਸਮਾਨ ਦੇਰੀ ਤੇ ਬੇਅੰਤ ਕਤਾਰਾਂ ਦੇ ਵਿੱਚ ਫਸ ਜਾਂਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ।
ਸਰੀ, ਵੈਨਕੂਵਰ ਤੇ ਕਈ ਹੋਰ ਥਾਵਾਂ ਤੇ ਪਿਛਲੇ ਮਹੀਨੇ ਤੋਂ ਗੈਸ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਤੋਂ ਮਾਹਰ ਅੰਦਾਜ਼ਾ ਲਗਾ ਰਹੇ ਨੇ ਕਿ 10 ਸੈਂਟ ਕੀਮਤਾਂ ਹੇਠਾਂ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਗਰਮੀਆਂ ਤੱਕ ਕੁਝ ਸਥਿਰਤਾ ਦੇ ਬਿੰਦੂ ਤੇ ਪਹੁੰਚਣ ਦੀ ਉਮੀਦ ਹੈ। ਮਹੀਨਿਆਂ ਤੋਂ ਲੋਅਰ ਮੇਨਲੈਂਡ ਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਸਭ ਤੋਂ ਵੱਧ ਗੈਸ ਦੀਆਂ ਕੀਮਤਾਂ ਦਾ ਭੁਗਤਾਨ ਕਰ ਰਹੇ ਨੇ, ਪਰ ਇਹ ਜਲਦੀ ਹੀ ਬਦਲ ਸਕਦਾ ਹੈ। ਇੱਕ ਉਦਯੋਗ ਦੇ ਅੰਦਰੂਨੀ ਨੇ ਇੱਕ ਸ਼ੁਰੂਆਤੀ ਭਵਿੱਖਬਾਣੀ ਕੀਤੀ ਹੈ ਕਿ ਪੰਪ ਦੀ ਕੀਮਤ ਹਫ਼ਤੇ ਦੇ ਅੰਤ ਤੱਕ ਲਗਭਗ 10 ਸੈਂਟ ਘਟ ਸਕਦੀ ਹੈ, ਜੋ ਕਿ ਅਸੀਂ ਕੁਝ ਸਮੇਂ ਵਿੱਚ ਪਹਿਲੀ ਮਹੱਤਵਪੂਰਨ ਗਿਰਾਵਟ ਦੇਖੀ ਹੈ। ਹੋਰ ਬੂੰਦ ਪਤਝੜ ਦੇ ਵਿੱਚ ਆ ਸਕਦੀ ਹੈ ਕਿ ਦੇਸ਼ ਨੂੰ ਇੱਕ ਹੋਰ ਮੰਦੀ ਦੇ ਵਿੱਚ ਡੁੱਬਣਾ ਪੈ ਸਕਦਾ ਹੈ। ਕੈਰੀਬੇਟ ਦੇ ਗੈਸ ਮਾਹਰ ਪੌਲ ਪਾਸਕੋ ਦਾ ਕਹਿਣਾ ਹੈ ਕਿ ਜੇਕਰ ਆਰਥਿਕਤਾ ਕੁਝ ਮਹੀਨਿਆਂ ਵਿੱਚ ਟੁੱਟ ਜਾਂਦੀ ਹੈ ਤਾਂ ਅਸੀਂ ਕੀਮਤਾਂ ਵਿੱਚ ਗਿਰਾਵਟ ਦੇਖ ਸਕਦੇ ਹਾਂ। ਮੈਕਰੋ ਤਸਵੀਰ ਤੇ ਦੇਖਦੇ ਹੋਏ ਉਹਨਾਂ ਕਿਹਾ ਹੈ ਕਿ ਮੈਂ ਮਹਿਸੂਸ ਕਰ ਰਿਹਾ ਕਿ ਇੱਥੇ ਸਪਲਾਈ ਸਖਤ ਹੋ ਰਹੀ ਹੈ, ਜੋ ਅਸੀਂ ਕੱਚੇ ਬਾਜ਼ਾਰਾਂ ਦੇ ਆਧਾਰ ਤੇ ਵੇਖ ਰਹੇ ਹਾਂ, ਜੋ ਕਿ ਇਸ ਤਰ੍ਹਾਂ ਦੇ ਸ਼ੱਕੀ ਹੈ ਕਿ ਕੀ ਅਸੀਂ ਮੰਦੀ ਦੇ ਪੁੱਲ ਬੈਕ ਨੂੰ ਵੇਖਣ ਜਾ ਰਹੇ ਹਾਂ, ਜੋ ਕੀਮਤਾਂ ਨੂੰ ਹੋਰ ਪਿੱਛੇ ਵੱਲ ਨੂੰ ਲੈ ਜਾਵੇਗਾ, ਤਾਂ ਕਿ ਅਸੀਂ ਸਪਲਾਈ ਦੀਆਂ ਰੁਕਾਵਟਾਂ ਨੂੰ ਦੇਖਣ ਜਾ ਰਹੇ ਹਾਂ, ਜੋ ਕਿ ਫੌਰੀ ਨੇੜੇ ਭਵਿੱਖ ਦੇ ਮਹੀਨਿਆਂ ਵਿੱਚ ਹੈ। ਸੋ ਸਾਨੂੰ ਇੱਕ ਅਜਿਹੇ ਬਿੰਦੂ ਵੱਲ ਇਹ ਕੀਮਤਾਂ ਲਿਜਾ ਰਹੀਆਂ ਨੇ ਜੋ ਕਿ ਸਿਖਰ ਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਮਹੀਨੇ ਤੋਂ ਪੰਪਾਂ ਤੇ ਸਥਿਰ ਗਿਰਾਵਟ ਦੇਖੀ ਹੈ। ਇਹ ਵੀ ਹੈ ਕਿ ਲੋਅਰ ਮੇਨਲੈਂਡ ਦੇ ਰੁਝਾਨ ਨੂੰ ਦੇਖਦੇ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਜੂਨ ਦੇ ਅੱਧ ਵਿੱਚ ਤੁਹਾਡੇ ਨਾਲ ਤੇ ਆਮ ਤੌਰ ਤੇ ਜੋ ਸਾਹਮਣੇ ਹੋ ਰਿਹਾ ਉਸ ਮੁਤਾਬਕ ਸੰਪਰਕ ਟੁੱਟਣਾ ਸ਼ੁਰੂ ਹੋ ਰਿਹਾ ਸੀ। ਪਾਸਕੋ ਨੇ ਕਿਹਾ ਹੈ ਕਿ ਪਿਛਲੇ 2 ਹਫ਼ਤਿਆਂ ਵਿੱਚ ਤੁਸੀਂ ਸ਼ਾਇਦ ਜੋ ਦੇਖਿਆ ਉਹ ਗੈਸੋਲੀਨ ਦੀ ਗਿਰਾਵਟ ਨੂੰ ਫੜ ਰਿਹਾ ਹੈ, ਜੋ ਉਹਨਾਂ 2 ਕੀਮਤਾਂ ਪੁਆਇੰਟਾਂ ਦੇ ਵਿੱਚ ਹੋਇਆ ਸੀ। ਉਹ ਹੋ ਸਕਦਾ ਹੈ ਕਿ ਗਰਮੀਆਂ ਵਿੱਚ ਸਥਿਰਤਾ ਦੇ ਇਹ ਤੁਸੀਂ ਇੱਕ ਬਿੰਦੂ ਤੇ ਪਹੁੰਚ ਜਾਓਗੇ। ਉਹਨਾਂ ਕਿਹਾ ਗਰਮੀਆਂ ਦੇ ਵਿੱਚ ਕੀਮਤਾਂ ਵਧਣ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ। ਜਦੋਂ ਆਟਵਾ ਦੁਆਰਾ ਪਿਛਲੇ ਹਫ਼ਤੇ ਦੇ ਐਲਾਨੇ ਗਏ ਨਵੇਂ ਫੈਡਰਲ ਕਲੀਨ ਫਿਊਲ ਨਿਯਮਾਂ ਦੀ ਗੱਲ ਆਉਂਦੀ ਹੈ ਤਾਂ ਪਾਸਕੋ ਨਹੀਂ ਸੋਚਦੇ ਕਿ ਇਹ BC ਵਿੱਚ ਗੈਸ ਦੀਆਂ ਕੀਮਤਾਂ 'ਚ ਵਾਧਾ ਕਰੇਗਾ। ਨਿਯਮ 2030 ਤੱਕ ਲਾਗੂ ਹੋਣ ਲਈ ਸੈੱਟ ਕੀਤੇ ਗਏ ਨੇ, ਪਰ ਉਹਨਾਂ ਦਾ ਕਹਿਣਾ ਹੈ ਕਿ ਉਹ ਨਿਯਮਾਂ ਦੇ ਅਨੁਸਾਰ ਹੋਣਗੇ ਜਿਸ ਨੇ BC ਪਹਿਲੇ ਥਾਂ ਤੇ ਪਾ ਦਿੱਤਾ ਹੈ। ਉਹ BC ਕੋਲ ਇਸ ਸਮੇਂ ਅਜਿਹੇ ਮਾਪਦੰਡ ਨੇ ਜੋ ਕੈਲੀਫੋਰਨੀਆ ਤੇ ਆਰਗਨ ਸਮੇਤ ਵੈਸਟ ਕੋਸਟ ਰਾਜਾਂ ਦੇ ਅਨੁਸਾਰ ਹਨ, ਜਿਨ੍ਹਾਂ ਨੂੰ ਸਾਫ਼ ਬਾਲਣ ਨਿਯਮਾਂ ਲਈ ਕੁਝ ਉੱਚੇ ਮਾਪਦੰਡ ਮੰਨਿਆ ਜਾਂਦਾ ਹੈ। ਇਸ ਦੌਰਾਨ ਜੇਕਰ ਤੁਸੀਂ ਅਜੇ ਵੀ ਆਪਣੇ $110 ICBC ਗੈਸ ਰਿਬੇਟ ਚੈੱਕ ਦੀ ਉਡੀਕ ਕਰ ਰਹੇ ਹੋ ਤਾਂ ਜਨਤਕ ਬੀਮਾ ਕਰਤਾ, ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਸੀ, ਇਸ ਮਹੀਨੇ ਦੇ ਅੰਤ ਤੱਕ BC ਵਾਸੀਆਂ ਨੂੰ ਸਾਰੇ 3.5 ਮਿਲੀਅਨ ਚੈੱਕ ਆਊਟ ਕਰਨ ਦੀ ਉਮੀਦ ਕਰਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹੜੇ ਲੋਕ ਇਸ ਵੇਲੇ PR ਹੋਣ ਦੀ ਉਡੀਕ ਕਰ ਰਹੇ ਨੇ ਉਹਨਾਂ ਲਈ ਤਾਜ਼ਾ ਜਾਣਕਾਰੀ ਹੈ। ਜਲਦੀ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਹਿਤ ਡਰਾ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੈਕਲੌਗ ਵਿੱਚ ਫਸੇ ਐਪਲੀਕੈਂਟਾਂ ਦੇ ਲਈ ਹੋ ਸਕਦਾ ਹੈ ਕਿ ਚੰਗੀ ਖਬਰ ਹੋਵੇ, ਪਰ ਇਸ ਡਰਾ ਦੇ ਵਿੱਚ ਅਹਿਮ ਗੱਲ ਹੋਵੇਗੀ ਕਿ ਕਿਹੜੀ ਕੈਟਾਗਰੀ ਨੂੰ ਮਿਲੇਗੀ ਤਰਜੀਹ PR ਦੇ ਲਈ ਤੇ ਕਿੰਨੇ ਪੁਆਇੰਟਾਂ ਦੇ ਉੱਤੇ ਚੱਕੀਆਂ ਜਾਣਗੀਆਂ ਫਾਈਲਾਂ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਐਕਸਪ੍ਰੈਸ ਐਂਟਰੀ ਦੇ ਤਹਿਤ ਸਾਰੇ ਪ੍ਰੋਗਰਾਮਾਂ ਲਈ ਅੱਜ ਆਪਣੇ ਡਰਾ ਮੁੜ ਸ਼ੁਰੂ ਕਰ ਰਿਹਾ ਹੈ। ਇੱਕ ਪ੍ਰਣਾਲੀ ਜੋ ਅਖੌਤੀ ਆਰਥਿਕ ਪ੍ਰਣਾਲੀਆਂ ਦੀ ਚੋਣ ਕਰਨ ਲਈ ਵਰਤੀ ਜਾਂਦੀ ਹੈ। ਇਸ ਦੇ ਨਾਲ ਆਈਆਂ ਮਹਾਮਾਰੀ ਤੇ ਯਾਤਰਾ ਪਾਬੰਦੀਆਂ ਕਾਰਨ ਅਸਥਾਈ ਤੌਰ ਤੇ ਬੰਦ ਹੋਣ ਤੋਂ ਬਾਅਦ, ਹਾਲਾਂਕਿ ਇਹ PR ਦੀ ਮੰਗ ਕਰਨ ਵਾਲੇ ਐਪਲੀਕੈਂਟਾਂ ਲਈ ਕਾਫੀ ਬੈਕਲੌਗ ਦੇ ਵਿੱਚ ਫਸੇ ਬਹੁਤ ਸਾਰੇ ਲੋਕਾਂ ਲਈ ਚੰਗੀ ਖਬਰ ਮੰਨੀ ਜਾ ਰਹੀ ਹੈ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 6 ਜੁਲਾਈ ਤੋਂ ਯੋਗ ਉਮੀਦਵਾਰਾਂ ਲਈ ਆਪਣੇ ਐਕਸਪ੍ਰੈਸ ਐਂਟਰੀ EE ਡਰਾ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਡਰਾ ਪਿਛਲੇ ਸਾਲ ਸਤੰਬਰ ਤੋਂ ਰੋਕੇ ਗਏ ਨੇ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ FSTP ਇਸ ਦੌਰਾਨ ਦਸੰਬਰ 2020 ਤੋਂ 18 ਮਹੀਨੇ ਪਹਿਲਾਂ ਤੋਂ ਰੁਕੇ ਹੋਏ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਟਵੀਟ ਕੀਤੇ ਨਵੇਂ ਆਏ ਲੋਕ ਕੈਨੇਡੀਅਨ ਅਰਥਚਾਰੇ ਦੀ ਸਫਲਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿੰਦੇ ਨੇ ਅਤੇ ਅਸੀਂ ਇਸ ਮਹੱਤਵਪੂਰਨ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ। ਇਹ ਫੈਸਲਾ ਅਜਿਹਾ ਸਮੇਂ ਆਇਆ ਜਦੋਂ ਕੈਨੇਡਾ ਵਿੱਚ ਮੌਜੂਦਾ ਇਮੀਗ੍ਰੇਸ਼ਨ ਬੈਕਲੌਗ 2.4 ਮਿਲੀਅਨ ਹੈ ਤੇ ਦੇਸ਼ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਇਰੈਕਟਰ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ, ਇਸ ਲਈ ਇਹਨਾਂ ਡਰਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਸਵਾਗਤ ਕੀਤਾ ਗਿਆ ਹੈ, ਖਾਸ ਕਰਕੇ ਫੈਡਰਲ ਸਕਿਲਡ ਵਰਕਰਾਂ ਤੇ ਖਾਸ ਤੌਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ। ਕੈਨੇਡਾ ਵਿੱਚ ਬਹੁਤ ਸਾਰੇ ਰੋਜ਼ਗਾਰਦਾਤਾਵਾਂ ਐਕਸਪ੍ਰੈਸ ਐਂਟਰੀ ਤੇ ਨਿਰਭਰ ਕਰਦੇ ਨੇ, ਜੋ ਕਿ 2015 ਵਿੱਚ ਪੇਸ਼ ਕੀਤੀ ਗਈ ਤੇ ਇਸ ਦੇ ਪ੍ਰੋਗਰਾਮਾਂ ਦੁਆਰਾ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਕੀਤੀ ਗਈ ਸੀ, ਜੋ ਸਥਾਈ ਨਿਵਾਸ ਯਾਨੀ PR ਦੀ ਅਗਵਾਈ ਕਰਦੇ ਨੇ। EE ਅਧੀਨ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਨੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ, ਜੋ PNP ਦਾ ਇੱਕ ਹਿੱਸਾ ਹੈ। ਬਿਜ਼ਨਸ ਕਾਉਂਸਲ ਆਫ ਕੈਨੇਡਾ ਦੁਆਰਾ ਵੱਡੇ ਰੋਜ਼ਗਾਰਦਾਤਾਵਾਂ ਦੇ ਇੱਕ ਤਾਜ਼ਾ ਸਰਵੇਖਣ ਮੁਤਾਬਕ ਸਾਰੇ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿੱਚ ਰੋਜ਼ਗਾਰਦਾਤਾਵਾਂ ਸਭ ਤੋਂ ਵੱਧ ਗਲੋਬਲ ਟੈਲੈਂਟ ਸਟਰੀਮ ਯਾਨੀ FSWP ਤੇ CEC ਤੇ ਭਰੋਸਾ ਕਰਦੇ ਨੇ, ਪਰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਜਿਵੇਂ ਕਿ FSWP ਤੇ CEC ਦੇ ਵਿਰਾਮ ਦੇ ਨਾਲ ਬਹੁਤ ਸਾਰੇ ਰੋਜ਼ਗਾਰਦਾਤਾਵਾਂ ਨੂੰ ਨੌਕਰੀ ਦੀਆਂ ਅਸਾਮੀਆਂ ਭਰਨ ਲਈ ਸੰਘਰਸ਼ ਕਰਨਾ ਪਿਆ।
ਸਰਵੇਖਣ ਵਿੱਚ 5 ਵਿੱਚੋਂ 4 ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹ ਮਜ਼ਦੂਰਾਂ ਦੀ ਘਾਟ ਦਾ ਅਨੁਭਵ ਕਰ ਰਹੇ ਸਨ ਅਤੇ ਨਵੇਂ ਆਏ ਲੋਕਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ 2/3 ਕੈਨੇਡੀਅਨ ਮਾਲਕਾਂ ਲਈ ਪ੍ਰਕਿਰਿਆ ਵਿੱਚ ਦੇਰੀ ਇੱਕ ਮਹੱਤਵਪੂਰਨ ਪ੍ਰਮੁੱਖ ਰੁਕਾਵਟ ਬਣੀ ਹੋਈ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹਦੇ ਅੱਗੇ ਦੇਖਦੇ ਹਾਂ ਕਿ ਲਾਇਸੈਂਸ ਪਲੇਟਾਂ ਜੇ ਚੋਰੀ ਹੋ ਜਾਂਦੀਆਂ ਨੇ ਤਾਂ ਅਜਿਹੇ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ। ਦੇਖਦੇ ਹਾਂ ਜਸਕਰਨ ਸਹੋਤਾ ਦੀ ਇਹ ਖਾਸ ਜਾਣਕਾਰੀ। ਅੱਜ ਇੱਕ ਖਾਸ ਗੱਲਬਾਤ ਕਰਨ ਦੇ ਲਈ ਅਸੀਂ AMC ਇੰਸ਼ੋਰੈਂਸ ਤੇ ਪਹੁੰਚੇ ਹਾਂ। ਮਸਲਾ ਆਟੋ ਇੰਸ਼ੋਰੈਂਸ ਦਾ ਆ। ਅਸੀਂ ਆਪਣੇ ਵਹੀਕਲ ਦਾ ਇੰਸ਼ੋਰੈਂਸ ਕਰਵਾਉਂਦੇ ਹਾਂ। ਕਈ ਵਾਰੀ ਬਹੁਤ ਸਾਰੇ ਲੋਕ ਇੰਡੀਆ ਜਾਂਦੇ ਆ ਜਾਂ ਕਿਤੇ ਚਲੇ ਜਾਂਦੇ, 1 ਮਹੀਨੇ ਦੇ ਲਈ ਉਹ ਇੰਸ਼ੋਰੈਂਸ ਨੂੰ ਹੋਲਡ ਕਰਵਾ ਸਕਦੇ ਆ ਜਾਂ ਉਹਨੂੰ ਕਟਾ ਸਕਦੇ ਆ। ਕਿਹੜੀ ਚੀਜ਼ ਜ਼ਿਆਦਾ ਫਾਇਦੇ ਵਾਲੀ ਰਹਿੰਦੀ ਹੈ? ਕੋਈ ਵਹੀਕਲ ਤੁਸੀਂ ਨਹੀਂ ਵਰਤਣਾ, ਉਹ ਖੜਾ ਆ ਅਤੇ ਉਹਦਾ ਇੰਸ਼ੋਰੈਂਸ ਚੱਲਦਾ ਰਹਿਣ ਦੇਣਾ ਫਾਇਦੇ 'ਚ ਆ, ਜਾਂ ਉਹਦੇ ਕਟਾਉਣ ਅਤੇ ਦੁਬਾਰਾ ਉਹਨੂੰ ਰੀਨਿਊ ਕਰਨ ਦੇ ਵਿੱਚ ਉਹਦੀ ਕਿੰਨੀ ਫੀਸ ਹੁੰਦੀ ਆ, ਕੀ ਪਲੇਟਸ ਦੁਬਾਰਾ ਲੈਣੀਆਂ ਪੈਂਦੀਆਂ? ਵਹੀਕਲ ਖੜਾ ਆ, ਉਹਦਾ ਖੜੇ ਦਾ ਵੀ ਕੋਈ ਇੰਸ਼ੋਰੈਂਸ ਹੁੰਦਾ ਜੇ ਤੁਸੀਂ ਨਹੀਂ ਚਲਾਉਣਾ? ਇਹਦੇ ਸੰਬੰਧੀ ਅਸੀਂ ਅੱਜ ਗੱਲਬਾਤ ਕਰਨੀ ਆ ਗੁਰਨੀਤ ਕੌਰ ਹੋਣਾ ਦੇ ਨਾਲ। ਗੁਰਨੀਤ ਜੀ, ਕਿਸੇ ਬੰਦੇ ਨੇ ਜਾਣਾ ਆ 1 ਮਹੀਨੇ ਦੇ ਲਈ, ਵਹੀਕਲ ਨਹੀਂ ਵਰਤਣਾ, ਇੰਸ਼ੋਰੈਂਸ ਹੋਲਡ ਕਰਵਾ ਸਕਦਾ ਵੀ 15 ਦਿਨ ਜਾਂ ਮਹੀਨੇ ਲਈ ਹੋਲਡ ਕਰ ਦਿਓ? ਹਾਂਜੀ, ICBC ਕੋਈ ਵੀ ਇੰਸ਼ੋਰੈਂਸ ਹੋਲਡ ਨਹੀਂ ਕਰਦੀ। ਸੋ ਇਹਦਾ ਤੁਸੀਂ ਕੈਂਸਲ ਕਰਵਾ ਸਕਦੇ ਆ ਜਾਂ ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ। ਸੋ ਕੋਈ ਉਹਦਾ ਵਿੱਚ ਤੁਸੀਂ ਹੋਲਡ ਨਹੀਂ ਕਰਾ ਸਕਦੇ, ਤੁਸੀਂ ਪੌਜ਼ ਨਹੀਂ ਕਰਾ ਸਕਦੇ ਵੀ ਮੈਂ ਹੁਣ 10 ਦਿਨ ਲਈ ਯੂਜ਼ ਨਹੀਂ ਕਰਨੀ, ਮੈਂ ਵਕੇਸ਼ਨ 'ਤੇ ਚੱਲਾਂ ਆ ਅਤੇ ਮੈਨੂੰ ਕਾਰ ਨਹੀਂ ਚਾਹੀਦੀ, ਅਤੇ ਤੁਸੀਂ ਹੋਲਡ ਨਹੀਂ ਕਰਾ ਸਕਦੇ। ਤੁਸੀਂ ਕਵਰੇਜ ਰਿਡਿਊਸ ਕਰਵਾ ਸਕਦੇ ਆ ਜਾਂ ਤੁਸੀਂ ਕੈਂਸਲ ਕਰਵਾ ਸਕਦੇ ਆ ਇੰਸ਼ੋਰੈਂਸ। ਅਤੇ ਇਹਦੇ 'ਚ ਕੈਂਸਲ ਕਰਵਾਉਣ ਦੀ ਫੀਸ ਕਿੰਨੀ ਹੁੰਦੀ ਹੈ ਅਤੇ ਦੁਬਾਰਾ ਫਿਰ ਸ਼ੁਰੂ ਕਰਵਾਉਣਾ, ਕੀ ਉਹ ਜ਼ਿਆਦਾ ਮਹਿੰਗਾ ਪੈਂਦਾ ਜਾਂ ਇਹਦਾ ਕੋਈ ਕੈਲਕੂਲੇਸ਼ਨ ਹੁੰਦੀ ਹੈ? ਜੀ ਸੋ ਬੇਸਿਕਲੀ ਅਸੀਂ ਕੀ ਰਿਕਮੈਂਡ ਕਰਦੇ ਹਾਂ, ਤੁਸੀਂ 10 ਦਿਨਾਂ ਦੇ ਟ੍ਰਿਪ ਲਈ ਆਊਟ ਆਫ ਕੰਟਰੀ ਜਾ ਰਹੇ ਹੈਗਾ, ਤੁਸੀਂ ਵਹੀਕਲ ਨਹੀਂ ਯੂਜ਼ ਕਰਨਾ, ਸੋ ਅਸੀਂ ਰਿਕਮੈਂਡ ਨਹੀਂ ਕਰਦੇ ਕੈਂਸਲੇਸ਼ਨ, ਬਿਕਾਜ਼ ਆਫਟਰ ਆਲ $30 ਤੁਹਾਡੇ ਕੈਂਸਲੇਸ਼ਨ ਚਾਰਜਸ ਲੱਗਣੇ ਆ। ਫਿਰ ਤੁਸੀਂ ਨਵੀਆਂ ਪਲੇਟਾਂ ਲੈਣੀਆਂ, ਫਿਰ ਤੁਸੀਂ ਅਨਰੋਲਮੈਂਟ ਮੰਥਲੀ ਇਨਰੋਲਮੈਂਟ ਹੋਣਾ ਆ। ਸੋ ਰਫਲੀ ਅਰਾਊਂਡ ਤੁਹਾਨੂੰ $100 ਦੀ ਕੋਸਟ ਅਗੇਨ ਲੱਗ ਜਾਣੀ ਆ। ਸੋ ਜੇ ਤੁਸੀਂ ਲੈਸ ਦੈਨ 4 ਵੀਕਸ ਜਾਂਦੇ ਹੈਗੇ ਆ, ਇਟਸ ਬੈਟਰ ਟੂ ਕੀਪ ਦ ਸੇਮ ਇੰਸ਼ੋਰੈਂਸ। ਕਟਾਉਣ ਦਾ ਫਾਇਦਾ ਨਹੀਂ ਹੈਗਾ। ਪਰ ਜੇ 4 ਵੀਕ ਜਾਂ 4 ਵੀਕ ਤੋਂ ਉੱਤੇ ਜਾ ਰਹੇ ਆ, ਦੈਨ ਸਮ ਟਾਈਮ ਆਪਾਂ ਕੰਸੀਡਰ ਕਰਦੇ ਹਾਂ ਵੀ ਤੁਸੀਂ ਕੈਂਸਲ ਕਰਾ ਲਓ, ਵਿਲ ਸੇਵ ਲਿਟਲ ਮੋਰ ਮਨੀ। ਉਸ ਤੋਂ ਬਾਅਦ ਫਿਰ ਪਲੇਟਸ ਨਵੀਆਂ ਮਿਲਦੀਆਂ? ਸੋ ਜਦੋਂ ਇੱਕ ਵਾਰੀ ਇੰਸ਼ੋਰੈਂਸ ਕੋਈ ਵੀ ਕੈਂਸਲ ਹੋ ਜਾਂਦੀ ਆ, ਉਹ ਪਲੇਟ ਦੁਬਾਰਾ ਯੂਜ਼ੇਬਲ ਨਹੀਂ ਹੁੰਦੀ। ਸੋ ਤੁਹਾਨੂੰ ਨਵੀਆਂ ਪਲੇਟਾਂ ਲੈਣੀਆਂ ਪੈਂਦੀਆਂ। ਨਵੀਆਂ ਪਲੇਟਾਂ ਦੇ ਅਗੇਨ ਚਾਰਜਸ ਲੱਗਦੇ ਆ $18। ਤੁਸੀਂ ਮੰਥਲੀ ਪੇਮੈਂਟ 'ਤੇ ਜਾਣਾ ਹੈ, ਤੁਹਾਨੂੰ $15 ਫਿਰ ਇਨਰੋਲਮੈਂਟ 'ਤੇ ਲੱਗਦੇ ਆ। ਸੋ ਉਹ ਚਾਰਜਸ ਤੁਹਾਨੂੰ ਲੱਗਣੇ ਆ ਐਵਰੀ ਨਿਊ ਪਲੇਟ 'ਤੇ, ਈਵਨ ਦੋ ਤੁਸੀਂ ਸੇਮ ਓਨਰ ਹੈਗੇ ਆ, ਸੇਮ ਤੁਹਾਡਾ ਵਹੀਕਲ ਵੀ ਤੁਹਾਡੇ ਨਾਂ 'ਤੇ ਸੀਗਾ। ਇਹ ਫੀਸਸ ਐਵਰੀ ਟਾਈਮ ਜਦੋਂ ਨਵੀਂ ਪਲੇਟ ਲੱਗਣੀ ਉਦੋਂ ਇਹ ਐਪਲੀਕੇਬਲ ਲੱਗਦੀਆਂ ਆ। ਅਤੇ ਜਿਹੜਾ ਕਿੰਨਾ ਕੁ ਜਿਹੜਾ ਤੁਹਾਨੂੰ ਲੰਬਾ ਸਮਾਂ ਦੇ ਲਈ ਜਾਓ ਤਾਂ ਉਹਨੂੰ ਕਟਾ ਦੇਣਾ ਚਾਹੀਦਾ, ਜਾਂ ਬਾਰ-ਬਾਰ ਕਟਾਉਣ ਨਾਲ ਦੁਬਾਰਾ ਇੰਸ਼ੋਰੈਂਸ ਕਰਨ ਦੇ ਨਾਲ ਕੋਈ ਇੰਸ਼ੋਰੈਂਸ ਦੇ ਉੱਤੇ ਵੀ ਫਰਕ ਪੈਂਦਾ ਜਾਂ ਉਹ ਓਨਾ ਹੀ ਰਹਿੰਦਾ? ਸੋ ਬੇਸਿਕਲੀ ਅਸੀਂ ਰਿਕਮੈਂਡ ਕਰਦੇ ਹਾਂ, ਜਾਂ ਡਿਪੈਂਡਿੰਗ ਔਨ ਦਾ ਕਲਾਇੰਟ, ਕਈ ਵਾਰੀ ਕਲਾਇੰਟ ਦਾ ਬਹੁਤ ਘੱਟ ਡਿਸਕਾਊਂਟ ਹੁੰਦਾ ਹੈ ਜਾਂ ਸਰਚਾਰਜਸ ਦੇ ਵਿੱਚ ਹੁੰਦਾ ਜਾਂ ਹੁੰਦਾ ਨਹੀਂ ਡਿਸਕਾਊਂਟ। ਉਸ ਕੇਸ ਦੇ ਵਿੱਚ ਸਮ ਟਾਈਮ ਕਲਾਇੰਟ ਮੇ ਵੀ ਸੇਵ ਕਰ ਲਵੇ ਜ਼ਿਆਦਾ ਮਨੀ, ਬਟ ਆਈਡੀਅਲ ਇਹ ਹੈਗਾ ਵੀ ਜੇ ਅਸੀਂ ਮੋਰ ਦੈਨ 4 ਵੀਕਸ ਕਾਰ ਨਹੀਂ ਚਲਾਉਣੀ ਹੈਗੀ, ਦੈਨ ਕੈਂਸਲ ਕਰਾਓ, ਬਿਕਾਜ਼ ਅਦਰਵਾਈਜ਼ ਕੈਂਸਲੇਸ਼ਨ ਚਾਰਜਸ, ਕੋਈ ਲਾਇਸੈਂਸ ਫੀਸਸ ਜਿਹੜੀਆਂ ਨਹੀਂ ਰਿਫੰਡੇਬਲ ਹੁੰਦੀਆਂ ਉਹ ਵੀ ਨਹੀਂ ਹੁੰਦੀਆਂ। ਸੋ ਲੈਸ ਦੈਨ 4 ਵੀਕਾਂ ਤੋਂ ਪਹਿਲਾਂ ਜੇ ਤੁਸੀਂ ਨਹੀਂ ਯੂਜ਼ ਕਰਨੀ, ਸੋ ਇਟਸ ਨਾਟ ਤੁਸੀਂ ਅਲਟਰਨੇਟਿਵ ਲਾ ਸਕਦੇ ਹੋ। ਤੁਸੀਂ ਜੇ ਤੁਸੀਂ ਕਾਰ ਖੜੀ ਹੈਗੀ ਆ, ਸੋ ਉਹਦੇ ਕੋਲ ਜਿਹੜੀਆਂ ਕਵਰੇਜਸ ਤੁਹਾਨੂੰ ਨਹੀਂ ਚਾਹੀਦੀਆਂ ਖੜੀ ਦੀਆਂ, ਤੁਸੀਂ ਉਹਨੂੰ ਉਹ ਕਢਵਾ ਸਕਦੇ ਆ। ਠੀਕ ਹੈ ਜੀ। ਜਿਹੜੀ ਬਾਰ-ਬਾਰ ਕੈਂਸਲ ਕਰਵਾਉਣ ਦੇ ਨਾਲ, ਮੰਨ ਲਓ 1 ਮਹੀਨੇ ਲਈ ਮੈਂ ਹੁਣ ਕਰਵਾ ਦਿੱਤੀ, ਫਿਰ ਮਹੀਨੇ ਲਈ ਕਰਵਾ ਦਿੱਤੀ, ਇਹਦਾ ਕੋਈ ਇੰਸ਼ੋਰੈਂਸ ਦੇ ਉੱਤੇ ਫਰਕ ਪੈਂਦਾ ਵੀ ਇੰਸ਼ੋਰੈਂਸ ਵੱਧਦੀ ਜਾਂ ਘੱਟਦੀ ਹੈ? ਨਹੀਂ, ਉਹਨਾਂ ਕੋਈ ਫਰਕ ਨਹੀਂ ਪੈਂਦਾ। ਤੁਸੀਂ ਜਿੰਨੀ ਵਾਰੀ ਮਰਜ਼ੀ ਪਲੇਟ ਕੈਂਸਲ ਕਰਾ ਲਓ, ਜਿੰਨੀ ਵਾਰੀ ਦੁਬਾਰਾ ਮਰਜ਼ੀ ਲੈ ਲਓ, ਸੇਮ ਡਿਸਕਾਊਂਟ ਤੁਹਾਡਾ ਸੇਮ ਹੀ ਐਪਲੀਕੇਬਲ ਹੋਣਾ, ਪਰ ਫੀਸਸ ਅਗੈਨ ਐਂਡ ਅਗੈਨ ਲੱਗਣੀਆਂ। ਜੇ ਮਹੀਨੇ ਪਹਿਲਾਂ ਤੁਸੀਂ ਪਲੇਟ ਲਈ ਸੀਗੀ, ਹੁਣ ਤੁਸੀਂ ਕੈਂਸਲ ਕਰਾਤੀ, ਦੁਬਾਰਾ ਫਿਰ ਪਲੇਟ ਲਓਗੇ, ਚਾਰਜਸ ਫਿਰ $18 $30 ਸੇਮ ਕੈਂਸਲੇਸ਼ਨ 'ਤੇ ਲੱਗਣੇ ਆ। ਮੇਰੇ ਕੋਲ ਵਹੀਕਲ ਸੀਗਾ, ਉਹਦੀਆਂ ਉਹ ਖ਼ਰਾਬ ਹੋ ਗਿਆ ਜਾਂ ਇੱਦਾਂ ਹੀ ਖੜਾ ਹੈ ਘਰ ਦੇ ਵਿੱਚ, ਮੈਂ ਉਹਦੀ ਇੰਸ਼ੋਰੈਂਸ ਐਕਸਪਾਇਰ ਹੋ ਗਈ, ਕੈਂਸਲ ਨਹੀਂ ਕਰਵਾਈ, ਪਲੇਟਸ ਮੇਰੇ ਕੋਲ ਹੀ ਆ, ਉਹਨੂੰ ਆ ਕੇ ਕੈਂਸਲ ਕਰਵਾਉਣਾ ਜ਼ਰੂਰੀ ਹੈ ਜਾਂ ਉਹਨੂੰ ਐਸ ਸੱਚ ਰਹਿਣ ਦੇ ਆਟੋਮੈਟਿਕਲੀ ਕੈਂਸਲ ਆ? ਸੋ ਇਹ ਡਿਫਰੈਂਟ ਸਿਨੇਰੀਓਸ, ਇਹਦੇ ਵਿੱਚ ਆਪਾਂ ਪਲੇਟਾਂ ਕੈਂਸਲ ਨਹੀਂ ਹੋਈਆਂ ਬਟ ਐਕਸਪਾਇਰਡ ਹੋਈਆਂ ਆ, ਰਾਈਟ। ਸੋ ਜਦੋਂ ਇੰਸ਼ੋਰੈਂਸ ਮੁੱਕ ਜਾਂਦੀ ਆ ਸਰਟਨ ਟਾਈਮ 'ਤੇ ਉੱਤੇ, ਪਰ ਆਪਾਂ ਰੀਨਿਊਲ ਨਹੀਂ ਕਰਵਾਈ, ਫਿਰ ਤੁਸੀਂ ਸੇਮ ਪਲੇਟਾਂ ਉਹ ਯੂਜ਼ ਕਰ ਸਕਦੇ। ਲੈਸੇ ਤੁਸੀਂ 15 ਦਿਨ ਨਹੀਂ ਕਾਰ ਚਾਹੀਦੀ, ਫਿਰ ਉਹ 15 ਦਿਨ ਤੁਸੀਂ ਸੇਮ ਪਲੇਟਾਂ ਰੱਖ ਸਕਦੇ ਆ ਐਕਸਪਾਇਰਡ ਪਲੇਟ ਵਹੀਕਲ 'ਤੇ। ਸੋ ਜੋ ਤੁਸੀਂ 15 ਦਿਨਾਂ ਬਾਅਦ ਜਾਂ 30 ਦਿਨਾਂ ਬਾਅਦ ਜਦੋਂ ਦੁਬਾਰਾ ਤੁਹਾਨੂੰ ਕਾਰ ਚਾਹੀਦੀ ਹੈਗੀ ਆ, ਸੇਮ ਇੰਸ਼ੋਰੈਂਸ ਸਾਰਾ ਕੁਝ ਉਸ ਦਿਨ ਤੋਂ ਰੀਨਿਊ ਹੋ ਜੂਗੀ, ਬੈਕ ਡੇਟ ਤੋਂ ਨਹੀਂ ਹੋਊਗੀ। ਜਿਸ ਦਿਨ ਤੁਸੀਂ ਆ ਕੇ ਰੀਨਿਊ ਕਰਾਓਗੇ, ਉਸ ਦਿਨ ਤੋਂ ਰੀਨਿਊ ਦੁਬਾਰਾ ਇੰਸ਼ੋਰੈਂਸ ਹੋ ਜੂਗੀ।
ਸੋ ਉਸ ਕੇਸ ਦੇ ਵਿੱਚ ਕਿਉਂਕਿ ਉਹ ਕੈਂਸਲ ਨਹੀਂ ਹੋਈਆਂ ਸੀ ਕਦੀ ਵੀ, ਐਕਸਪਾਇਰਡ ਹੋਈਆਂ ਸੀ, ਉਸ ਕੇਸ ਦੇ ਵਿੱਚ ਆਪਾਂ ਸੇਮ ਪਲੇਟਾਂ ਯੂਜ਼ ਕਰ ਸਕਦੇ ਹਾਂ। ਬਟ ਜੇ ਆਪਾਂ ਮਿਡ ਟਰਮ ਪਾਲਿਸੀ ਚੱਲਦੀ ਤੇ ਕੈਂਸਲ ਕਰਦੇ ਹਾਂ ਤੇ ਨਵੀਆਂ ਪਲੇਟਾਂ ਫਿਰ ਦੁਬਾਰਾ ਤੁਹਾਨੂੰ ਲੈਣੀਆਂ ਪੈਣਦੀਆਂ। ਵਹੀਕਲ ਜਿਹੜਾ ਖੜਾ ਹੈ ਉਹਦਾ ਇੰਸ਼ੋਰੈਂਸ ਮੈਂ ਕੈਂਸਲ ਕਰਵਾ ਦਿੱਤਾ, ਉਹਨੂੰ ਕੋਈ ਡੈਮੇਜ ਹੋ ਜਾਂਦਾ, ਕੁਛ ਨਾ ਕੁਛ ਉੱਥੇ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਆ, ਉਹਦਾ ਇੰਸ਼ੋਰੈਂਸ, ਖੜੇ ਵਹੀਕਲ ਦਾ ਇੰਸ਼ੋਰੈਂਸ ਵੀ ਹੁੰਦਾ? ਹਾਂਜੀ, ਸੋ ਬੇਸਿਕਲੀ ਜਦੋਂ ਕੈਂਸਲ ਹੋ ਜਾਂਦੀ ਉੱਤੇ ਕਿਸੇ ਵੀ ਟਾਈਪ ਦੀ ਇੰਸ਼ੋਰੈਂਸ ਰਹਿੰਦੀ ਨਹੀਂ ਹੈਗੀ। ਸੋ ਸਟਿਲ ਜੇ ਹੁਣ ਆਪਣੇ ਡਰਾਈਵੇ ਦੇ ਵਿੱਚ ਵੀ ਖੜਾ, ਰਿਸਕ ਤਾਂ ਹੈਗਾ, ਚੋਰੀ ਵੀ ਹੋ ਸਕਦਾ, ਕੋਈ ਆ ਕੇ ਵਿੱਚ ਜ਼ਰੂਰੀ ਨਹੀਂ ਵਹੀਕਲ ਹੀ ਵੱਜੀ, ਕੋਈ ਹੋਰ ਚੀਜ਼ ਵੀ ਬਚ ਸਕਦੀ ਆ, ਰਾਈਟ। ਸੋ ਉਹਦੀ ਸਟੋਰੇਜ ਪਾਲਿਸੀ ਲੈਣੀ ਚਾਹੀਦੀ ਆ। ਉਹ ਜਦੋਂ ਵਹੀਕਲ ਦੀ ਪਲੇਟਾਂ ਨਹੀਂ ਹੈਗੀਆਂ, ਤੁਸੀਂ ਪਬਲਿਕ ਪਲੇਸਿਸ 'ਤੇ ਵੀ ਨਹੀਂ ਖੜਾ ਕਰ ਸਕਦੇ, ਤੁਸੀਂ ਪ੍ਰਾਈਵੇਟ ਪ੍ਰੋਪਰਟੀ 'ਤੇ ਹੀ ਖੜੀ ਕਰ ਸਕਦੇ ਆ ਕਾਰ। ਸੋ ਜਿੱਦਾਂ ਕਈ ਲੋਕੀ ਰੋਡ 'ਤੇ ਸਾਈਡ ਵਾਕ 'ਤੇ ਕੋਲ ਕਾਰ ਪਾਰਕ ਹੁੰਦੀ ਆ, ਉਹ ਜੇ ਤੁਹਾਡੀ ਕੋਈ ਇੰਸ਼ੋਰੈਂਸ ਐਕਟਿਵ ਨਹੀਂ ਹੈਗੀ, ਤੁਸੀਂ ਉੱਥੇ ਪਾਰਕ ਨਹੀਂ ਕਰ ਸਕਦੇ। ਈਦਰ ਯੂ ਹੈਵ ਟੂ ਬੀ ਔਨ ਯੂਰ ਡਰਾਈਵੇ ਔਰ ਇਨ ਦ ਗਰਾਜ, ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਹੋਣੀ ਚਾਹੀਦੀ ਆ। ਬਟ ਐਟ ਆਲ ਟਾਈਮ ਸਟੋਰੇਜ ਪਾਲਿਸੀ ਰਿਗਾਰਡਲੈਸ ਉਹ ਰੋਡ 'ਤੇ ਖੜੀ ਆ ਜਾਂ ਉਹ ਪ੍ਰਾਈਵੇਟ ਪ੍ਰੋਪਰਟੀ 'ਤੇ ਖੜੀ ਆ, ਉਹ ਰਿਕੁਆਇਰਡ ਹੈਗੀ ਆ। ਸਟੋਰੇਜ ਪਾਲਿਸੀ ਦੇ ਵਿੱਚ ਬੇਸਿਕਲੀ ਫਾਇਰ, ਥੈਫਟ ਅਤੇ ਵੈਂਡਲਿਜ਼ਮ, ਕੋਈ ਖੜੀ ਨੂੰ ਤੋੜ ਭੰਨ ਜਾਂਦਾ, ਕੋਈ ਸ਼ਰਾਰਤ ਨਾਲ ਤੋੜ ਭੰਨ ਗਿਆ, ਚੋਰੀ ਹੋ ਗਈ, ਰਾਈਟ, ਕੋਈ ਅੱਗ ਲੱਗ ਗਈ ਕਿਸੇ ਵੀ ਰੀਜ਼ਨ ਦੇ ਕਰਕੇ। ਸੋ ਉਹ ਜ਼ਰੂਰੀ ਆ। ਕਈ ਵਾਰੀ ਆਪਾਂ ਸੋਚ ਲੈਂਦੇ ਹਾਂ ਕੋਈ ਨਹੀਂ ਘਰ ਖੜੀ ਆ, ਮੋਸਟ ਕੁਐਸਚਨ ਲੋਕੀ ਜਦੋਂ ਅਸੀਂ ਕਹਿੰਦੇ ਹਾਂ ਸਟੋਰੇਜ ਕਰਾ ਲਓ, ਕਹਿੰਦੇ ਕੋਈ ਨਹੀਂ ਗਰਾਜ 'ਚ ਹੀ ਖੜੀ ਆ। ਬਟ ਗਰਾਜ ਦੇ ਵਿੱਚ ਵੀ ਲੈਸੇ ਘਰ ਨੂੰ ਅੱਗ ਲੱਗ ਜਾਂਦੀ ਆ, ਠੀਕ ਹੈ, ਉਹਨਾਂ ਨੇ ਕਾਰ ਨਹੀਂ ਕਵਰ ਕਰਨੀ, ਕੋਈ ਕਾਰ ਨੇ ਵੀ ਵਿੱਚੇ ਸਾੜਨਾ ਨਾ, ਉਹਨਾਂ ਨੇ ਕਹਿਣਾ ਕਾਰ ਦੀ ਆਪਣੀ ਇੰਸ਼ੋਰੈਂਸ ਇਹਨੇ, ਆਪਣੀ ਇਹਦੀ ਇੰਸ਼ੋਰੈਂਸ ਨੇ ਉੱਥੇ ਵਰਕ ਕਰਨਾ ਆ, ਭਾਵੇਂ ਉਹ ਤੁਹਾਡਾ ਘਰ ਦੀ ਇੰਸ਼ੋਰੈਂਸ ਨੇ ਤੁਹਾਨੂੰ ਉਹਦੇ ਵਿੱਚ ਕਵਰ ਨਹੀਂ ਕਰਨਾ। ਸੋ ਜੇ ਤੁਸੀਂ ਸਟੋਰੇਜ ਪਾਲਿਸੀ ਲਈਓ ਸੀ, ਉਸ ਕੇਸ ਦੇ ਵਿੱਚ ਤੁਹਾਡੀ ਦੋਨੇ ਚੀਜ਼ਾਂ ਕਵਰ ਹੋਣਗੀਆਂ। ਜੇ ਉਸ ਟਾਈਮ 'ਤੇ ਸਟੋਰੇਜ ਨਹੀਂ ਹੈਗੀ ਸੀਗੀ, ਦੈਨ ਤੁਹਾਡੀ ਕਾਰ ਨਹੀਂ ਕਵਰ, ਭਾਵੇਂ ਕਾਰ ਵੀ ਵਿੱਚੇ ਸੜੀ ਆ। ਤੇ ਇਹਦਾ ਫਰਕ ਕਿੰਨਾ ਕੁ ਹੁੰਦਾ ਕਿ ਰੈਗੂਲਰ ਇੰਸ਼ੋਰੈਂਸ ਆ ਜਾਂ ਜਿਹੜੀ ਸਟੋਰੇਜ ਇੰਸ਼ੋਰੈਂਸ ਆ, ਕੋਈ ਜ਼ਿਆਦਾ ਫਰਕ ਹੁੰਦਾ? ਸਟੋਰੇਜ ਕੰਪੇਰੇਟਿਵਲੀ ਕਾਫੀ ਸਸਤੀ ਹੁੰਦੀ ਹੈ, $30 ਤੋਂ ਮਿਨੀਮਮ ਚਾਰਜਸ ਹੈ ਇਹਦੇ। ਸਮ ਟਾਈਮ ਡਿਪੈਂਡਿੰਗ ਔਨ ਦਾ ਵਹੀਕਲ, ਕਈ ਐਕਸਪੈਂਸਿਵ ਵਹੀਕਲ ਆ, ਕਈ ਨੋਰਮਲ 5000 ਤੋਂ ਲੈ ਕੇ 100,000 ਤੱਕ ਹੁਣ ਤੱਕ ਤਾਂ ਜਾਂਦੇ ਆ। ਸੋ ਅਪ ਟੂ 3 ਮੰਥ ਦੀ ਵੀ ਹੋ ਜਾਂਦੀ ਹੈ $30 ਦੇ ਵਿੱਚ। ਸੋ ਮਿਨੀਮਮ ਚਾਰਜਸ ICBC ਦਾ $30 ਆ, ਉਹਦੇ ਵਿੱਚ ਤੁਸੀਂ 1 ਦਿਨ ਦੀ ਲੈ ਲਓ ਚਾਹੇ ਤੁਸੀਂ 30 ਦਿਨਾਂ ਦੀ ਲੈ ਲਓ, ਸਮ ਟਾਈਮ ਪ੍ਰਾਈਸ ਦਾ ਕੋਈ ਫਰਕ ਨਹੀਂ ਪੈਂਦਾ। ਸੋ $30 ਦੇ ਵਿੱਚ 5 ਤੋਂ 6 ਵੀਕਾਂ ਦੀ ਐਵਰੇਜ ਕਾਰ ਦੀ ਇੰਸ਼ੋਰੈਂਸ ਕਵਰ ਕਰ ਲੈਂਦੀ ਆ। ਕਈ ਵਾਰੀ ਸਾਡੇ ਕੋਲ ਵਹੀਕਲ ਖੜਾ ਹੁੰਦਾ ਸੀ, ਸਾਲ 6 ਮਹੀਨੇ ਯੂਜ਼ ਨਹੀਂ ਕਰਦੇ, ਮੁੜ ਕੇ ਸਾਨੂੰ ਲੱਗਦਾ ਸੀ ਇਹਨੂੰ ਵੇਚਣਾ ਆ, ਕਿਸੇ ਨੇ ਆਉਣਾ, ਉਹਨੇ ਚਲਾ ਕੇ ਦੇਖਣਾ ਆ, ਜਾਂ ਅਸੀਂ ਕਿਤੇ ਜਾ ਕੇ ਦਿਖਾਉਣਾ ਆ। ਮਹੀਨੇ ਤੋਂ ਘੱਟ ਦੀ ਇੰਸ਼ੋਰੈਂਸ ਮਿਲ ਸਕਦੀ ਹੈ, ਵੀ ਹਫਤੇ ਦੀ ਇੰਸ਼ੋਰੈਂਸ ਮਿਲ ਜਾਵੇ, ਇਸ ਹਫਤੇ ਦੇ ਵਿੱਚ ਮੈਂ ਇਹਨੂੰ ਇਹਦਾ ਇੰਸ਼ੋਰੈਂਸ ਕਰਾ ਲਾਂ ਅਤੇ ਡਰਾਈਵ ਕਰ ਸਕਾਂ? ਹਾਂਜੀ, ਸੋ ਤੁਸੀਂ ਪਰਮਿਟ ਲੈ ਸਕਦੇ ਆ, ਪਰਮਿਟ ਅਪ ਟੂ 14 ਡੇਜ਼ ਲਈ ਲੈ ਸਕਦੇ ਹੁੰਦੇ, 2 ਵੀਕਾਂ ਦਾ। ਸੋ 1 ਦਿਨ ਲਈ ਲੈਣਾ, 2 ਦਿਨਾਂ ਲਈ ਲੈਣਾ, ਜਾਂ 5 ਦਿਨਾਂ ਲਈ ਲੈਣਾ, ਜਾਂ ਜਸਟ ਵੀਕਐਂਡ 'ਤੇ ਕਈ ਗੱਡੀਆਂ ਹੁੰਦੀਆਂ ਕਿ ਲੋਕੀ ਵੀਕਐਂਡ ਕਾਰ 'ਚ ਹੀ ਰੱਖਦੇ ਆ, ਸੋ ਵੀਕਐਂਡ 'ਤੇ ਯੂਜ਼ ਕਰਨੀ ਹੈ, ਸੋ ਉਸ ਦਿਨਾਂ ਲਈ ਤੁਸੀਂ ਪਰਮਿਟ ਲੈ ਸਕਦੇ ਆ। ਉਹਨਾਂ ਥੋੜ੍ਹੀ ਜਿਹੀ ਪ੍ਰਾਈਸ ਹਾਇਰ ਹੁੰਦੀ ਹੈ ਬਿਕਾਜ਼ ਦੈਟਸ ਦਾ ਐਵਰੇਜ ਰੇਟ, ਉੱਤੇ ਤੁਹਾਡਾ ਡਿਸਕਾਊਂਟ ਨਹੀਂ ਅਪਲਾਈ ਹੁੰਦਾ, ਉਹਨਾਂ ਦੇ ਸਟੈਂਡਰਡ ਰੇਟਿੰਗ ਹੀ ਹੈਗੀ ICBC ਦੀ। ਸੋ ਉਹੀ ਸਟੈਂਡਰਡ, ਸੋ ਜੇ 1 ਡੇ ਦੀ ਇੰਸ਼ੋਰੈਂਸ ਲੈਂਦੇ ਆ $38 to $40 ਤੁਹਾਡੀ 1 ਡੇ ਦੀ ਇੰਸ਼ੋਰੈਂਸ ਬਣਦੀ ਹੈ। ਸੋ ਉਹਦੇ ਵਿੱਚ ਤੁਹਾਡਾ ਆਪਣਾ ਡਿਸਕਾਊਂਟ ਐਪਲੀਕੇਬਲ ਨਹੀਂ ਹੁੰਦਾ, ਉਹ ਸਟੈਂਡਰਡ ਰੇਟ ਆ। ਜਿਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ, ਜਿਹਦੇ ਕੋਲ 25 ਸਾਲ ਦਾ ਐਕਸਪੀਰੀਅੰਸ ਉਹਨੂੰ ਵੀ $40 ਲੱਗਣੇ ਆ। ਤੇ ਪਲੇਟਸ ਕਈ ਵਾਰੀ ਚੋਰੀ ਹੋ ਜਾਂਦੀਆਂ, ਇਹਦਾ ਫਿਰ ਕੀ ਹੱਲ ਹੁੰਦਾ ਜੀ? ਸੋ ਬੇਸਿਕਲੀ ਜਦੋਂ ਪਲੇਟਾਂ ਚੋਰੀ ਹੋ ਜਾਂਦੀਆਂ ਨਾ, ਸਾਨੂੰ ਪੁਲਿਸ ਨੂੰ ਤੁਹਾਨੂੰ ਰਿਪੋਰਟ ਕਰਨਾ ਪੈਂਦਾ, ਸਾਨੂੰ ਪੁਲਿਸ ਫਾਈਲ ਨੰਬਰ ਲੋੜ ਪੈਂਦੀ ਆ ICBC ਦੇ ਸਿਸਟਮ ਦੇ ਵਿੱਚ ਪਾਉਣ ਲਈ। ਸੋ ਕਈ ਵਾਰੀ ਕਲਾਇੰਟ ਉਹੀ ਡਰ ਜਾਂਦੇ ਵੀ, ਓ ਮਾਈ ਗੋਡ ਸਾਨੂੰ ਪੁਲਿਸ ਨੂੰ ਰਿਪੋਰਟ ਕਰਨੀ, ਪਤਾ ਨਹੀਂ ਕੀ ਹੋਣਾ ਹੈ। ਬਟ ਇਟਸ ਜਸਟ ਅ ਸਿੰਪਲ ਪ੍ਰੋਸੈਸ ਹੈਗੀ ਆ। ਸੋ ਜਸਟ ਟੂ ਸੇਫਲੀ ਹੈਲਪ ਕਲਾਇੰਟ ਐਂਡ ਆਲਸੋ ਫॉर ਦਾ ਪੁਲਿਸ, ਬਿਕਾਜ਼ ਜੇ ਤੁਹਾਡੀ ਪਲੇਟ ਕਿਸੇ ਨੇ ਰੋਂਗਲੀ ਯੂਜ਼ ਹੋਈ ਹੈ, ਬਿਕਾਜ਼ ਉਹ ਪਲੇਟ ਤੁਹਾਡੇ ਅੰਡਰ ਹੈਗੀ ਸੀਗੀ, ਕਿਸੇ ਨੇ ਮੇ ਬੀ ਹੁਣ ਨਿਊ ਸਿਸਟਮ ਦੇ ਵਿੱਚ ਮੇ ਬੀ ਥੋੜ੍ਹਾ ਬੈਟਰ ਹੋ ਜਾਊਗਾ, ਬਟ ਪੁਰਾਣੇ 'ਚ ਕੀ ਹੁੰਦਾ ਸੀਗਾ ਵੀ ਤੁਸੀਂ ਕੋਈ ਕਿਸੇ ਨੇ ਮਿਸਯੂਜ਼ ਕਰਨ ਲਈ, ਕੋਈ ਚੋਰੀ ਕਰਨ ਲਈ, ਜਾਂ ਪੁਲਿਸ ਤੋਂ ਬਚਣ ਲਈ ਐਕਸਪਾਇਰਡ ਕਾਰ 'ਤੇ ਰੋਂਗ ਪਲੇਟਾਂ ਲਾ ਕੇ ਚਲਾ ਰਿਹਾ ਆ, ਰਾਈਟ। ਪਲੇਟ ਤੁਹਾਡੇ 'ਤੇ ਸੀ ਜਦੋਂ ਪੁਲਿਸ ਦੀ ਕਸਟਡੀ 'ਚ ਆ ਗਈ ਜਾਂ ਐਕਸੀਡੈਂਟ ਹੋਇਆ, ਸੋ ਬੇਸਿਕਲੀ ਟੈਕਨੀਕਲੀ ਲਾਇਬਿਲਿਟੀ ਤੁਹਾਡੀ ਆ, ਜਾਂ ਉਹਨਾਂ ਕੋਈ ਵੀ ਕ੍ਰਾਈਮ ਹੋ ਗਿਆ ਬੀਇੰਗ ਦੈਟ ਪਲੇਟ। ਸੋ ਉਹ RCMP ਨੂੰ ਪਤਾ ਹੋਣਾ ਚਾਹੀਦਾ, ਜਾਂ ਪੁਲਿਸ ਨੂੰ, ਤੁਹਾਡੀ ਲੋਕਲ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਪਲੇਟ ਲੋਸਟ ਜਾਂ ਸਟੋਲਨ ਦੇ ਵਿੱਚ ਆਲਰੇਡੀ ਸਾਡੇ ਕੋਲ ਰਿਕਾਰਡਡ ਆ। ਸੋ ਦਿਸ ਇਜ਼ ਨਾਟ ਦ
ਵਨ ਹੂ ਡਿਡ ਦਾ ਕ੍ਰਾਈਮ। ਸੋ ਉਹ ਚੀਜ਼ ਲਈ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈ। ਤੁਸੀਂ ਨੌਨ ਐਮਰਜੈਂਸੀ ਨੰਬਰ 'ਤੇ ਮੋਸਟਲੀ 8 ਵਜੇ ਤੱਕ ਸਾਰੀ ਜਿਹੜੇ ਨੌਨ ਐਮਰਜੈਂਸੀ ਨੰਬਰ ਓਪਨ ਹੁੰਦੇ ਆ, ਤੁਸੀਂ ਜਸਟ ਫੋਨ ਕਰਕੇ ਉਹਨੇ ਬੇਸਿਕ ਇਨਫੋਰਮੇਸ਼ਨ ਪੁੱਛਦੇ ਆ ਅਤੇ ਉਹਨਾਂ ਨੂੰ ਪੁਲਿਸ ਫਾਈਲ ਨੰਬਰ ਦਿੰਦੇ ਆ। ਸੋ ਦੇਰ ਇਜ਼ ਨੋ ਮਚ ਇਨਫੋਰਮੇਸ਼ਨ ਨੀਡਡ, ਓਨਲੀ ਅਬਾਊਟ ਦਾ ਕਾਰ, ਕਿੱਥੇ ਤੁਸੀਂ ਪਲੇਟ ਦੇਖੀ ਸੀਗੀ, ਕਿਹੜੀ ਕਾਰ ਚਲਾਉਂਦੇ ਆ, ਕਦੋਂ ਤੁਸੀਂ ਦੇਖੀ ਸੀਗੀ, ਬੇਸਿਕ ਇਨਫੋਰਮੇਸ਼ਨ ਅਬਾਊਟ ਕਾਰ ਦੀ ਪੁੱਛਦੇ ਆ, ਦੈਨ ਤੁਹਾਨੂੰ ਪੁਲਿਸ ਫਾਈਲ ਨੰਬਰ ਦਿੰਦੇ ਓਵਰ ਦਾ ਫੋਨ। ਯੂ ਡੋਂਟ ਹੈਵ ਟੂ ਗੋ ਐਂਡ ਵਿਜ਼ਿਟ ਦਾ ਪੁਲਿਸ ਸਟੇਸ਼ਨ। ਤੇ ਜੇ ਮੰਨ ਲਓ ਚੋਰੀ ਨਹੀਂ ਹੋਈ, ਵੈਸੇ ਹੀ ਨੱਠ ਢਿੱਲਾ ਸੀ, ਕਿਤੇ ਡਿੱਗ ਪਈ, ਉਹਦੇ ਲਈ ਵੀ ਪੁਲਿਸ ਕੋਲ ਜਾਣਾ ਪੈਂਦਾ ਕਿ ਉਹ ਦੁਬਾਰਾ ਰੀਇਸ਼ੂ ਹੋ ਜਾਂਦੀ ਹੈ? ਨਹੀਂ, ਦੋਨੇ ਕੇਸਿਸ ਦੇ ਵਿੱਚ ਪੁਲਿਸ ਨੂੰ ਰਿਪੋਰਟ ਕਰਨੀ ਪੈਂਦੀ ਹੈ, ਬਿਕਾਜ਼ ਜੇ ਤੁਸੀਂ ਡਿੱਗੀ ਆ ਦੈਨ ਯੂ ਕੈਨ ਨਾਟ, ਯੂ ਡੋਂਟ ਨੋ ਇਟਸ ਡਿੱਗੀ ਆ ਜਾਂ ਚੋਰੀ ਹੋਈ ਆ, ਰਾਈਟ। ਜੇ ਤੁਸੀਂ ਦੇਖ ਲਿਆ ਵੀ ਡਿੱਗੀ ਆ ਦੈਨ ਯੂ ਕੈਨ ਗ੍ਰੈਬ ਇਟ, ਪਰ ਤੁਹਾਨੂੰ ਪਤਾ ਹੀ ਨਹੀਂ ਵੀ ਉਹ ਚੋਰੀ ਹੋਈ ਕਿ ਡਿੱਗੀ ਆ। ਦੋਨੇ ਕੇਸਿਸ ਦੇ ਵਿੱਚ ਜੇ ਡਿੱਗ ਵੀ ਗਈ ਆ, ਲੈਸੇ ਤੁਹਾਨੂੰ ਪਤਾ ਵੀ ਉਹ ਡਿੱਗੀ ਆ, ਦੈਨ ਉਹ ਮੇ ਵੀ ਕਿਸੇ ਰੋਂਗ ਹੱਥ 'ਚ ਤੇ ਨਹੀਂ ਚੱਲ ਗਈ ਕਿਤੇ। ਇਸੇ ਲਈ ਤੁਹਾਨੂੰ ਪੁਲਿਸ ਨੂੰ ਇੱਕ ਵਾਰੀ ਰਿਪੋਰਟ ਕਰਨੀ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਆ ਦੈਨ ਐਨੀ ਅਦਰ ਪਰਸਨ। ਆਖਰ ਦੇ ਵਿੱਚ ਸਾਨੂੰ ਕੰਟੈਕਟ ਨੰਬਰ ਦੱਸਿਓ ਜੀ, ਕਿਸੇ ਨੇ ਜਾਣਕਾਰੀ ਲੈਣੀ ਹੈ AMC ਇੰਸ਼ੋਰੈਂਸ ਤੇ ਕਿੱਥੇ ਕਾਲ ਕਰ ਸਕਦੇ? ਸ਼ੋਰ, ਹਾਂਜੀ, ਅਸੀਂ ਆਲਵੇਜ਼ ਕਹਿੰਦੇ ਹਾਂ ਜੇ ਕੋਈ ਹੋਰ ਕੁਐਸਚਨ ਹੈਗਾ ਆ ਤੁਸੀਂ ਆਲਵੇਜ਼ ਸਾਨੂੰ ਕੰਟੈਕਟ ਕਰੋ, ਸਾਡੇ ਪ੍ਰੋਫੈਸ਼ਨਲ ਆਲਵੇਜ਼ ਤੁਹਾਡੇ ਲਈ ਰੈਡੀ ਹੁੰਦੇ ਆ। ਤੁਸੀਂ ਸਾਨੂੰ ਐਨੀ ਬ੍ਰਾਂਚ 'ਤੇ ਕਾਲ ਕਰ ਸਕਦੇ ਆ 6045076666। ਵੀ ਆਰ ਲੋਕੇਟਡ ਔਨ ਜੋਰਕ ਬਿਜ਼ਨਸ ਸੈਂਟਰ 128 ਐਂਡ 80th ਪਲਾਜ਼ਾ। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ। ਦੋਸਤੋ, ਗੁਰਨੀਤ ਕੌਰ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਕੋਈ ਵੀ ਤੁਹਾਡਾ ਇਸ ਮਾਮਲੇ ਦੇ ਵਿੱਚ ਸਵਾਲ ਆ, AMC ਇੰਸ਼ੋਰੈਂਸ ਨੂੰ ਕਾਲ ਕਰ ਲਓ, ਤੁਹਾਨੂੰ ਫ੍ਰੀ ਸਲਾਹ ਦੇਣਗੇ, ਤੁਹਾਨੂੰ ਕੋਈ ਵੀ ਸਵਾਲ ਆ ਉਹਦਾ ਜਵਾਬ ਦੇਣਗੇ। ਕਿਸੇ ਵੇਲੇ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ, ਇੰਸ਼ੋਰੈਂਸ ਲੈ ਸਕਦੇ ਹੋ। ਕੈਮਰਾਮੈਨ ਅਮਿਤ ਮਨੀਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸੂਬੇ ਦੇ ਵਿੱਚ ਸਭ ਤੋਂ ਬੁਰੇ ਕ੍ਰੈਸ਼ ਸਾਈਟਾਂ ਕਿਹੜੀਆਂ ਹੋ ਸਕਦੀਆਂ ਨੇ? ਸਰੀ ਦੇ ਵਿੱਚ ਪੋਰਟਮੈਨ ਬ੍ਰਿਜ ਜਿਹੜਾ ਹੈ ਉਹ ਇਸ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ। ICBC ਨੇ ਸੂਬੇ ਦੇ ਵਿੱਚ ਬੁਰੇ ਕ੍ਰੈਸ਼ ਸਾਈਟਾਂ ਬਾਰੇ ਕੁਝ ਤਾਜ਼ਾ ਅੰਕੜੇ ਪੇਸ਼ ਕੀਤੇ ਨੇ। ਆਓ ਜਾਣਦੇ ਹਾਂ ਕਿਹੜੀਆਂ ਸਾਈਟਾਂ ਤੇ ਹੁੰਦੇ ਨੇ ਸਭ ਤੋਂ ਗੰਭੀਰ ਕ੍ਰੈਸ਼। ICBC ਨੇ ਸੂਬੇ ਵਿੱਚ ਸਭ ਤੋਂ ਬੁਰੇ ਕ੍ਰੈਸ਼ ਸਾਈਟਾਂ ਬਾਰੇ ਆਪਣੇ ਤਾਜ਼ੇ ਅੰਕੜੇ ਜਾਰੀ ਕੀਤੇ ਨੇ ਤੇ ਸਰੀ ਵਿੱਚ ਪੋਰਟਮੈਨ ਬ੍ਰਿਜ ਸੂਚੀ ਵਿੱਚ ਸਭ ਤੋਂ ਇਹ ਉੱਪਰ ਹੈ। 2021 ਦੇ ਵਿੱਚ ਤੇ 2017 ਦੇ ਵਿੱਚ ਪੋਰਟਮੈਨ ਬ੍ਰਿਜ ਵਿੱਚ ICBC ਨੇ ਸਭ ਤੋਂ ਵੱਧ ਕ੍ਰੈਸ਼ਾਂ ਦੀ ਰਿਪੋਰਟ ਕੀਤੀ ਸੀ। 2021 ਵਿੱਚ ਪੁਲ ਤੇ 2025 ਤੇ 2017 ਤੋਂ 2021 ਦੇ ਦਰਮਿਆਨ 1021 ਹਾਦਸੇ ਹੋਏ। ਇਸ ਤੋਂ ਬਾਅਦ 88 ਐਵੇਨਿਊ ਤੇ ਕਿੰਗ ਜਾਰਜ ਤੇ 2021 ਵਿੱਚ 195 ਕ੍ਰੈਸ਼ਾਂ ਦੇ ਨਾਲ ਟਰੱਕਿੰਗ ਲੇਨ ਸੀ। ਫਿਰ ਇਹ ਹਾਈਵੇ 1 ਤੇ ਪੋਰਟਮੈਨ ਬ੍ਰਿਜ ਉੱਤੇ 152 ਸਟਰੀਟ ਔਨ ਤੇ ਆਫ ਰੈਂਪ ਸੀ, ਜਿਸ ਵਿੱਚ 164 ਕ੍ਰੈਸ਼ ਹੋਏ ਸਨ। ਇਸ ਤੋਂ ਬਾਅਦ 152 ਸਟਰੀਟ ਤੇ ਹਾਈਵੇ 10 ਤੇ 131 ਹਾਦਸੇ ਹੋਏ। ਅੱਗੇ 72 ਐਵੇਨਿਊ ਤੇ ਕਿੰਗ ਜਾਰਜ ਤੇ ਮੋੜਨ ਵਾਲੀਆਂ ਲੇਨਾਂ ਸਨ 2021 ਵਿੱਚ 124 ਕ੍ਰੈਸ਼ਾਂ ਦੇ ਨਾਲ। 152 ਸਟਰੀਟ ਤੇ 64 ਐਵੇਨਿਊ ਤੇ 118 ਹਾਦਸੇ ਹੋਏ। ਇਸ ਤੋਂ ਬਾਅਦ ਹਾਈਵੇ 10 ਤੇ ਕਿੰਗ ਜਾਰਜ ਤੇ ਟਰੱਕਿੰਗ ਲੇਨਸ ਵਿੱਚ 114 ਕ੍ਰੈਸ਼ਾਂ ਦੇ ਨਾਲ ਸੀ। ਫਿਰ 120 ਸਟਰੀਟ ਸਕਾਟ ਰੋਡ ਤੇ 72 ਐਵੇਨਿਊ ਤੇ 2021 ਵਿੱਚ 110 ਹਾਦਸੇ ਹੋਏ। ਸ਼ਹਿਰ ਦੇ ਉੱਤਰੀ ਸਿਰੇ ਦੇ ਵਿੱਚ 128 ਸਟਰੀਟ ਬ੍ਰਿਜਵਿਊ ਡਰਾਈਵ ਵਿਖੇ ਕਿੰਗ ਜਾਰਜ ਵਿੱਚ 109 ਕ੍ਰੈਸ਼ ਹੋਣ ਦੀ ਰਿਪੋਰਟ ਕੀਤੀ ਗਈ ਸੀ। 10ਵੇਂ ਸਥਾਨ ਤੇ ਫਰੇਜ਼ਰ ਹਾਈਵੇ ਤੇ ਕਲੋਵਰਡੇਲ ਤੇ 176 ਸਟਰੀਟ ਹਾਈਵੇ 15 ਤੇ ਹਾਰਵੀ ਰੋਡ ਕ੍ਰੈਸ਼ਾਂ ਦੇ ਨਾਂ ਸੀ। ICBC ਤੇ ਡੇਟਾ ਦੇ ਵਿੱਚ ਉਹ ਕ੍ਰੈਸ਼ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਦੇ ਨਤੀਜੇ ਵਜੋਂ ਸੱਟ ਜਾਂ ਮੌਤ ਹੁੰਦੀ ਹੈ ਤੇ ਨਾਲ ਹੀ ਉਹ ਕ੍ਰੈਸ਼ ਵੀ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਦੇ ਨਤੀਜੇ ਵਜੋਂ ਭੌਤਿਕ ਨੁਕਸਾਨ ਹੁੰਦਾ ਪਰ ਕੋਈ ਗੰਭੀਰ ਸੱਟ ਨਹੀਂ ਹੁੰਦੀ। ਜਦੋਂ ਸੱਟਾਂ ਜਾਂ ਮੌਤਾਂ ਦੇ ਨਤੀਜੇ ਵਜੋਂ ਸਭ ਤੋਂ ਵੱਧ ਕ੍ਰੈਸ਼ਾਂ ਵਾਲੀ ਸਾਈਟ ਦੀ ਗੱਲ ਆਉਂਦੀ ਹੈ ਤਾਂ 88 ਐਵੇਨਿਊ ਤੇ ਕਿੰਗ ਜਾਰਜ 2021 ਵਿੱਚ 104 ਕ੍ਰੈਸ਼ਾਂ ਦੇ ਨਾਲ ਸੂਚੀ ਵਿੱਚ ਸਿਖਰ ਤੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।